ਕਲਾਸਿਸ ਅੱਜ ਅਸੀਂ ਇਸ ਵੀਡੀਓ ਦੇ ਅੰਦਰ ਫਾਈਨੈਂਸ਼ੀਅਲ ਸਟੇਟਮੈਂਟਸ ਆਫ ਕੰਪਨੀਜ਼ ਦੇ ਮੇਜਰ ਸਬ ਹੈਡਸ ਨੂੰ ਲੈ ਕੇ MCQs ਕੁਐਸਚਨਸ ਨੂੰ ਡਿਸਕਸ ਕਰਾਂਗੇ। ਇਹ 12th ਬੇਸਡ MCQs ਕੁਐਸਚਨ ਇਹੋ ਜਿਹੇ ਕੁਐਸਚਨਸ ਆਪਾਂ ਨੂੰ ਮੋਸਟਲੀ ਫਾਈਨਲ ਐਗਜ਼ਾਮਸ ਦੇ ਵਿੱਚ ਮਿਲਦੇ ਨੇ। ਸੋ ਲੈਟਸ ਸਟਾਰਟ। ਸੋ ਆਪਣਾ ਫਸਟ ਕੁਐਸਚਨ ਕੀ ਆ, ਬੈਂਕ ਓਵਰਡਰਾਫਟ ਇਜ਼ ਸ਼ੋਨ ਇਨ ਦਾ ਬੈਲੈਂਸ ਸ਼ੀਟ ਅੰਡਰ ਦਾ, ਕਹਿੰਦੇ ਜਿਹੜੀ ਬੈਂਕ ਓਵਰਡਰਾਫਟ ਆ ਉਹ ਬੈਲੈਂਸ ਸ਼ੀਟ ਦੇ ਅੰਦਰ ਕਿਹੜੇ ਹੈਡ ਦੇ ਅੰਦਰ ਦਿਖਾਉਂਦੇ ਆ? ਸ਼ਾਰਟ ਟਰਮ ਬੋਰਿੰਗਸ ਦੇ ਅੰਦਰ, ਨॉन ਕਰੰਟ ਲਾਇਬਿਲਿਟੀਜ਼ ਦੇ ਅੰਦਰ, ਨॉन ਕਰੰਟ ਐਸੈਟਸ ਦੇ ਅੰਦਰ, ਜਾਂ ਫਿਰ ਨਨ ਅਬਵ। ਹੁਣ ਬੇਸਿਕਲੀ ਸਮਝੋਗੇ ਕਿ ਜਿਹੜੇ ਬੈਂਕ ਓਵਰਡਰਾਫਟ ਹੁੰਦਾ ਕੀ ਆ? ਬੈਂਕ ਓਵਰਡਰਾਫਟ ਹੁੰਦਾ ਜਦੋਂ ਕੋਈ ਬਿਜ਼ਨਸਮੈਨ ਦੇ ਖਾਤੇ 'ਚ ਬੈਂਕ ਦੇ ਅਕਾਊਂਟ 'ਚ ਪੈਸੇ ਨਾ ਹੋਣ ਬਟ ਉਹਨੂੰ ਥੋੜ੍ਹੇ ਜਿਹੇ ਐਕਸਟਰਾ ਪੈਸੇ ਬੈਂਕ ਪ੍ਰੋਵਾਈਡ ਕਰ ਦਿੰਦੀ ਹੈ। ਸਪੋਜ਼ ਕਰੋ ਕਿ ਉਹਨੇ ਮਤਲਬ ਕੁਛ ਕੁ ਉਹਦੇ ਫੰਡਸ ਦੇ ਵਿੱਚ ਕਮੀ ਆ ਗਈ ਬਟ ਬੈਂਕ ਉਹਨੂੰ ਸ਼ਾਰਟ ਟਰਮ ਲੋਨ ਦੇ ਦਿੰਦੀ ਆ। ਸੋ ਜਿਹੜਾ ਸ਼ਾਰਟ ਟਰਮ ਲੋਨ ਆ ਉਹ ਆਪਣਾ ਕੀ ਆ? ਸ਼ਾਰਟ ਟਰਮ ਬੋਰਿੰਗਸ ਆ। ਸੋ ਇਹਦਾ ਫਸਟ ਆਨਸਰ ਕੀ ਆ? ਏ। ਬੇਸਿਕਲੀ ਇੱਥੇ ਸਮਝੋਗੇ ਤਾਂ ਨਨ ਆਫ ਆਪਸ਼ਨ ਨਹੀਂ ਬਣਦੀ। ਨॉन ਕਰੰਟ ਐਸਟ, ਬੈਂਕ ਓਵਰਡਰਾਫਟ ਆਪਣੀ ਲਾਇਬਿਲਿਟੀ ਆ ਓਵਰਡਰਾਫਟ, ਸੋ ਸ਼ਾਰਟ ਟਰਮ ਲੋਨ ਆ, ਸੋ ਇਸ ਕਰਕੇ ਕਰੰਟ ਐਸਟ ਤਾਂ ਹੋ ਹੀ ਨਹੀਂ ਸਕਦਾ। ਨॉन ਕਰੰਟ ਐਸਟ ਲਾਇਬਿਲਿਟੀ ਵੀ ਨਹੀਂ ਹੋ ਸਕਦਾ ਬਿਕੋਜ਼ ਉਹ ਲੌਂਗ ਟਰਮ ਦੀ ਗੱਲ ਆ ਗਈ। ਇੱਥੇ ਸ਼ਾਰਟ ਟਰਮ ਦੀ ਗੱਲ ਆ। ਜਿਹੜਾ ਬੈਂਕ ਓਵਰਡਰਾਫਟ ਆ ਉਹ ਕੰਪਨੀ ਨੇ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਬੈਂਕ ਨੂੰ ਰਿਟਰਨ ਕਰਨਾ ਹੁੰਦਾ, ਇਸ ਕਰਕੇ ਉਹਦਾ ਆਨਸਰ ਕੀ ਆ? ਸ਼ਾਰਟ ਟਰਮ ਬੋਰਿੰਗਸ। ਕਲੀਅਰ। ਸੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ। So correct answer is short term borrowings. Next question, financial statement provide the summary of, हाँ जी, फाइनैशियल स्टेटमेंट कहते किहदे बारे मतलब समरी प्रोवाइड करता, मतलब किस चीज़ के बारे डिटेल इन्फॉर्मेशन दिंदा। तो जे तुसीं देखोगे फाइनैशियल स्टेटमेंट, बेसिकली फाइनैशियल स्टेटमेंट का मीनिंग समझो। फाइनैशियल स्टेटमेंट मीनस ट्रेडिंग अकाउंट, प्रॉफिट एंड लॉस अकाउंट एंड अ बैलेंस शीट। ਹੁਣ ਜੇ ਤੁਸੀਂ ਇਹ ਤਿੰਨੇ ਅਕਾਊਂਟ ਬਣਾਏ ਹੋਏ ਆ, ਇਸ ਚੀਜ਼ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਕਿਹਾ ਜਾਂਦਾ। ਤਾਂ ਐਸੈਟਸ ਵੀ ਸ਼ੋਨ ਹੁੰਦੇ ਆ ਬੈਲੈਂਸ ਸ਼ੀਟ ਦੇ ਅੰਦਰ, ਲਾਇਬਿਲਿਟੀ ਵੀ ਸ਼ੋਨ ਹੁੰਦੀ ਆ ਬੈਲੈਂਸ ਸ਼ੀਟ ਦੇ ਅੰਦਰ, ਕੈਪੀਟਲ ਵੀ ਸ਼ੋਨ ਹੁੰਦੀ ਆ ਬੈਲੈਂਸ ਸ਼ੀਟ ਦੇ ਅੰਦਰ। ਸੋ ਇਹਦੇ ਜਿਹੜੇ ਆਪਸ਼ਨ ਆ ਕਿ ਫਾਈਨੈਂਸ਼ੀਅਲ ਸਟੇਟਮੈਂਟ ਕਿਸ ਚੀਜ਼ ਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ, ਸਮਰੀ ਆਪਾਂ ਨੂੰ ਕਿਸ ਚੀਜ਼ ਦੀ ਦੱਸਦੀ ਹੈ। ਸੋ ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹ ਆਪਾਂ ਨੂੰ ਸਮਰੀ ਦੱਸਦੀ ਆ ਆਲ ਆਫ ਅਬਵ। ਕਲੀਅਰ। ਸੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਸੋ ਕਰੈਕਟ ਆਨਸਰ ਇਜ਼ ਆਲ ਆਫ ਆਪਸ਼ਨਸ। ਗੁੱਡਵਿਲ ਇਜ਼ ਆ ਸ਼ੋਨ ਅੰਡਰ ਵਿਚ ਹੈਡ ਸਬ ਹੈਡ, ਕਹਿੰਦੇ ਗੁੱਡਵਿਲ ਕਿਹੜੇ ਹੈਡ ਦੇ ਅੰਦਰ ਆਉਂਦੀ ਆ? ਇਹਦੇ ਵਿੱਚ ਬੱਚੇ ਕਨਫਿਊਜ਼ ਹੋ ਜਾਂਦੇ ਆ। ਗੁੱਡਵਿਲ ਦੇਖੋ ਸਮਟਾਈਮ ਇਹ ਗੁੱਡਵਿਲ ਇੰਨਾ ਤਾਂ ਸਭ ਨੂੰ ਪਤਾ ਕਿ ਐਸਟ ਆ, ਸੋ ਨਨ ਆਫ ਆਪਸ਼ਨ ਵੀ ਨਹੀਂ ਆਊਗੀ, ਕਰੰਟ ਲਾਇਬਿਲਿਟੀ ਨਹੀਂ ਆਊਗੀ। ਹੁਣ ਪ੍ਰੋਬਲਮ ਕਿੱਥੇ ਆ ਜਾਂਦੀ ਆ ਕਿ ਇੰਟੈਂਜੀਬਲ ਐਸਟ ਅਤੇ ਕਰੰਟ ਐਸਟ ਆ। ਸੋ ਗੁੱਡਵਿਲ ਦੀ ਇੱਕ ਡੈਫੀਨੇਸ਼ਨ ਆ, ਗੁੱਡਵਿਲ ਇਜ਼ ਆ, ਗੁੱਡਵਿਲ ਕੀ ਇਟਸ ਅ ਰੈਪੂਟੇਸ਼ਨ ਆਫ ਦਾ ਬਿਜ਼ਨਸ। ਆਪਾਂ ਕਾਮਰਸ ਦੇ ਅੰਦਰ ਕੀ ਕਰਦੇ ਹਾਂ? ਇਟਸ ਅ ਰੈਪੂਟੇਸ਼ਨ ਆਫ ਦਾ ਬਿਜ਼ਨਸ। ਸੋ ਹੁਣ ਉਹ ਰੈਪੂਟੇਸ਼ਨ ਆਫ ਦਾ ਬਿਜ਼ਨਸ ਮੀਨਸ ਰੈਪੂਟੇਸ਼ਨ ਨੂੰ ਆਪਾਂ ਕਿਤੇ ਦੇਖ ਨਹੀਂ ਸਕਦੇ। ਹੂਮ ਵੀ ਕੈਨ ਨੈਵਰ ਟੱਚ ਐਂਡ ਸੀ, ਸੋ ਹੂਮ ਵੀ ਕੈਨ ਨੈਵਰ ਟੱਚ ਐਂਡ ਸੀ ਇੱਕ ਦੀ ਡੈਫੀਨੇਸ਼ਨ ਆ ਇੰਟੈਂਜੀਬਲ ਐਸਟ ਦੀ। ਸੋ ਕਰੈਕਟ ਆਨਸਰ ਇਜ਼ ਇੰਟੈਂਜੀਬਲ ਐਸਟ। ਨੈਕਸਟ ਕੁਐਸਚਨ, ਕਾਲ ਇਨ ਐਡਵਾਂਸ ਇਟ ਟੂ ਬੀ ਸ਼ੋਨ ਅੰਡਰ ਦਾ ਹੈਡ ਆਫ ਕਾਲ ਇਨ ਐਡਵਾਂਸ। ਹੁਣ ਇੱਥੇ ਸਮਝੋ ਜਿਹੜੀ ਕਾਲ ਇਨ ਐਡਵਾਂਸ ਆ ਉਹ ਕਿਸ ਹੈਡ ਦੇ ਅੰਦਰ ਆਊ? ਪਹਿਲਾਂ ਤਾਂ ਉਹ ਆਪਸ਼ਨਸ ਨੂੰ ਕੱਟੋ ਜਿਹੜੀਆਂ ਨਹੀਂ ਹੋ ਸਕਦੀਆਂ। ਕਾਲ ਇਨ ਐਡਵਾਂਸ ਨਨ ਆਫ ਆਪਸ਼ਨ ਨਹੀਂ ਹੋ ਸਕਦੀ, ਜਾਂ ਤਾਂ ਕਰੰਟ ਐਸਟ ਹੋਊਗਾ ਜਾਂ ਕਰੰਟ ਲਾਇਬਿਲਿਟੀ ਹੋਊਗਾ, ਦੋਨੇ ਨਹੀਂ ਹੋ ਸਕਦੇ। ਹੁਣ ਦੇਖੋ ਇੱਥੇ ਆਪਾਂ ਨੂੰ ਪਹਿਚਾਨਣਾ ਪੈਣਾ ਕਾਲ ਇਨ ਐਡਵਾਂਸ ਹੈ ਕੀ, ਉਹ ਕਰੰਟ ਐਸਟ ਹੈ ਜਾਂ ਕਰੰਟ ਲਾਇਬਿਲਿਟੀ ਹੈ। ਸੋ ਕਰੰਟ ਕਾਲ ਇਨ ਐਡਵਾਂਸ ਕੀ ਆ? ਕਰੰਟ ਲਾਇਬਿਲਿਟੀ। ਕਾਰਨ ਰੀਜ਼ਨ ਫਾਈਂਡ ਆਊਟ ਸਮ ਕੋਸ਼ਿਸ਼ ਕਰਦੇ ਹਾਂ। ਜਦੋਂ ਕੋਈ ਆਪਾਂ ਨੂੰ ਬੰਦਾ ਪੈਸਾ ਐਡਵਾਂਸ ਦੇ ਵਿੱਚ ਫੜਾ ਜਾਂਦਾ ਅਤੇ ਉਹ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਉਹਦਾ ਕੰਮ ਕਰਕੇ ਦਈਏ। ਸੋ ਇਸ ਕਰਕੇ ਸ਼ਾਰਟ ਪੀਰੀਅਡ ਦੇ ਲਈ ਹੁੰਦੀ ਆ ਕਾਲ ਇਨ ਐਡਵਾਂਸ, ਸੋ ਕੀ ਆ? ਕਰੰਟ ਲਾਇਬਿਲਿਟੀ ਹੈ। ਨੈਕਸਟ, ਪ੍ਰੀਪੇਡ ਐਕਸਪੈਂਸਿਸ। ਅਫਕੋਰਸ ਅਗੇਨ ਪ੍ਰੀਪੇਡ ਐਕਸਪੈਂਸਿਸ ਕੀ ਆ? ਪ੍ਰੀਪੇਡ ਜਦੋਂ ਆਪਾਂ ਐਡਵਾਂਸ 'ਚ ਪੈਸੇ ਦੇ ਦਿੰਦੇ ਹਾਂ, ਨਨ ਆਫ ਆਪਸ਼ਨ ਨਹੀਂ ਹੋਊਗੀ। ਪ੍ਰੀਪੇਡ ਜਦੋਂ ਆਪਾਂ ਪੈਸੇ ਦਿੰਦੇ ਹਾਂ ਉਹ ਸ਼ਾਰਟ ਟਰਮ ਲਈ ਹੁੰਦੇ ਨੇ, ਚਲੋ ਨੈਕਸਟ ਮੰਥ ਦਾ ਰੈਂਟ ਦੇਤਾ, ਉਦੋਂ ਨੈਕਸਟ ਮੰਥ ਦਾ 2 ਮੰਥ ਦਾ ਰੈਂਟ ਦੇਤਾ, ਜਾਂ 1 ਮਹੀਨੇ ਦਾ ਰੈਂਟ ਦੇਤਾ, ਜਾਂ ਕੁਛ ਪੈਸੇ ਕੋਈ ਕੰਮ ਕਰਵਾਉਣ ਲਈ ਦੇਤੇ। ਸੋ ਲੌਂਗ ਟਰਮ ਵੀ ਨਹੀਂ ਹੋ ਸਕਦਾ। ਹੁਣ ਪ੍ਰੀਪੇਡ ਐਕਸਪੈਂਸਿਸ ਆਪਾਂ ਐਡਵਾਂਸ ਦੇ ਵਿੱਚ ਪੈਸੇ ਦੇਤੇ, ਆਪਾਂ ਆਪਣੇ ਕੋਲ ਲਾਇਬਿਲਿਟੀ ਖਤਮ ਕਰਤੀ। ਸੋ ਹੁਣ ਸਿਰਦਰਦੀ ਕਿਹਦੀ ਆ? ਜਿਹਦੇ ਤੋਂ ਆਪਾਂ ਕੰਮ ਕਰਵਾਉਣਾ ਉਹਦੇ ਲਈ ਲਾਇਬਿਲਿਟੀ ਆ। ਸੋ ਸਾਡੇ ਲਈ ਕੀ ਹੋਇਆ? ਉਹ ਕਰੰਟ ਐਸਟ ਹੋਇਆ ਕਿ ਅਸੀਂ ਐਡਵਾਂਸ 'ਚ ਪੈਸੇ ਦੇਈ ਬੈਠੇ ਹਾਂ। ਸਾਡਾ ਇਹ ਇੱਕ ਐਸਟ ਹੁੰਦਾ, ਸ਼ਾਰਟ ਟਰਮ ਐਸਟ ਹੁੰਦਾ, ਅਸਲ ਦੇ ਵਿੱਚ ਕਰੰਟ ਐਸਟ ਤਾਂ ਕਿਹਾ ਜਾਂਦਾ ਇਹਨੂੰ। ਸੋ ਕਲੀਅਰ। ਸੋ ਇਹਦਾ ਕਰੈਕਟ ਆਨਸਰ ਕੀ ਆ? ਕਰੰਟ ਐਸਟ। ਨੈਕਸਟ ਕੁਐਸਚਨ, ਸਿਕਿਉਰਿਟੀ ਪ੍ਰੀਮੀਅਮ ਇਜ਼ ਸ਼ੋਨ ਅੰਡਰ ਦਾ ਮੇਜਰ ਹੈਡ। ਹਾਂਜੀ, ਸਿਕਿਉਰਿਟੀ ਪ੍ਰੀਮੀਅਮ ਕਿਸ ਹੈਡ ਦੇ ਅੰਦਰ ਸ਼ੋਨ ਹੁੰਦਾ? ਆਪਾਂ ਹੁਣੀ ਜੇ ਤੁਸੀਂ ਸ਼ੇਅਰ ਕੈਪੀਟਲ ਦੇ ਕੁਐਸਚਨਸ ਕਰ ਚੁੱਕੇ ਹੋ ਤਾਂ ਤੁਸੀਂ ਦੇਖਿਆ ਹੋਣਾ ਸ਼ੇਅਰ ਕੈਪੀਟਲ ਦੇ ਅੰਦਰ ਸਿਕਿਉਰਿਟੀ ਪ੍ਰੀਮੀਅਮਸ ਨੂੰ
ਆਪਾਂ ਰਿਸੀਵ ਕਰਦੇ ਹਾਂ, ਜਿਵੇਂ ਕਿ 10 ਰੁਪਏ ਦਾ ਸ਼ੇਅਰ ਹੋਵੇ, 12 ਰੁਪਏ ਦਾ, ਤਾਂ ਜਿਹੜਾ 2 ਰੁਪਏ ਕੀ ਹੁੰਦਾ ਆਪਣਾ ਸਿਕਿਉਰਿਟੀ ਪ੍ਰੀਮੀਅਮ ਹੁੰਦਾ। ਹੁਣ ਜਿਹੜਾ ਹੈਗਾ ਹੀ ਸ਼ੇਅਰ ਕੈਪੀਟਲ ਦਾ, ਜਿਹੜਾ ਸ਼ੇਅਰ ਹੋਲਡਰਸ ਨਾਲ ਲਿੰਕ ਕਰਦਾ, ਸ਼ੇਅਰ ਕੈਪੀਟਲ ਨਾਲ ਲਿੰਕ ਕਰਦਾ, ਸੋ ਕਰੰਟ ਐਸੈਟਸ ਦੀ ਗੱਲ ਤਾਂ ਹੋਊਗੀ ਨਹੀਂ। ਹੁਣ ਉਹ ਲਾਇਬਿਲਿਟੀ, ਕਰੰਟ ਲਾਇਬਿਲਿਟੀ ਤਾਂ ਹੈ ਨਹੀਂ। ਸ਼ੇਅਰ ਹੋਲਡਰਸ ਨੂੰ ਜੇ ਫੰਡ ਵੀ ਵਾਪਸ ਕਰਨਾ ਪੈ ਜਾਏ ਤਾਂ ਲੌਂਗ ਟਰਮ ਹੁੰਦਾ, ਸੋ ਕਰੰਟ ਲਾਇਬਿਲਿਟੀ ਵੀ ਹੈ ਨਹੀਂ। ਸੋ ਸਿਕਿਉਰਿਟੀ ਪ੍ਰੀਮੀਅਮ ਜਿਹੜਾ ਉਹ ਕੌਣ ਪੇ ਆਊਟ ਕਰਦਾ, ਸ਼ੇਅਰ ਹੋਲਡਰ ਡੀਲ ਕਰਦੇ ਆ, ਸੋ ਉਹ ਸ਼ੇਅਰ ਹੋਲਡਰ ਫੰਡ ਹੈਡ ਦੇ ਅੰਦਰ ਆਊਗਾ ਜੀ। ਨੈਕਸਟ ਕੁਐਸਚਨ, ਅਥੋਰਾਈਜ਼ਡ ਕੈਪੀਟਲ ਇਜ਼ ਸ਼ੋਨ ਅੰਡਰ ਦਾ ਵਿਚ ਮੇਜਰ ਹੈਡਿੰਗ ਇਨ ਦਾ ਬੈਲੈਂਸ। ਇੱਥੇ ਨਾ ਇੱਕ ਚੀਜ਼ ਧਿਆਨ ਦਿਓ ਕਿ ਜਿੰਨੇ ਵੀ ਆਪਾਂ ਆਬਜੈਕਟਿਵ ਟਾਈਪ ਕੁਐਸਚਨਸ ਕਰਦੇ ਹਾਂ, ਤੁਸੀਂ ਵੀਡੀਓ ਨੂੰ ਰੋਕ ਕੇ ਪਹਿਲਾਂ ਉਹਨਾਂ ਦੇ ਆਨਸਰ ਖੁਦ ਦਿਆ ਕਰੋ, ਫਿਰ ਐਨਾਲਾਈਜ਼ ਕਰਿਆ ਕਰੋ, ਫਿਰ ਦੇਖਿਆ ਕਰੋ ਕਿ ਮੈਂ ਕੀ ਸੋਚ ਕੇ ਆਨਸਰ ਦਿੱਤਾ ਸੀਗਾ ਔਰ ਇੱਥੇ ਕੀ ਸੋਚ ਕੇ ਆਪਾਂ ਨੂੰ ਆਨਸਰ ਦੇਣਾ ਚਾਹੀਦਾ ਸੀਗਾ, ਤਾਂ ਕਿ ਸਾਡਾ ਕਰੈਕਟ ਆਨਸਰ ਹੋਵੇ ਐਗਜ਼ਾਮਸ ਦੇ ਵਿੱਚ। ਸੋ ਕਹਿੰਦੇ ਅਥੋਰਾਈਜ਼ਡ ਕੈਪੀਟਲ ਇਜ਼ ਸ਼ੋਨ ਅੰਡਰ ਵਿਚ ਮੇਜਰ ਹੈਡ। ਕਹਿੰਦੇ ਜੇ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟ ਇਸ ਚੈਪਟਰ ਨੂੰ ਪੜ੍ਹਿਆ ਵਾ ਤਾਂ ਇੱਥੇ ਸਬ ਹੈਡ ਹੁੰਦੇ ਨੇ। ਤਾਂ ਬੈਲੈਂਸ ਸ਼ੀਟ ਜਦੋਂ ਆਪਾਂ ਸਟਾਰਟ ਕਰਦੇ ਹਾਂ ਤਾਂ ਸਭ ਤੋਂ ਉੱਪਰ ਤੁਹਾਨੂੰ ਇੱਕ ਕਾਫੀ ਵੱਡੇ ਹੈਡ ਦੇ ਵਿੱਚ ਲਿਖਿਆ ਮਿਲੂਗਾ ਸ਼ੇਅਰ ਹੋਲਡਰ ਫੰਡ। ਸ਼ੇਅਰ ਹੋਲਡਰ ਫੰਡ ਦੇ ਅੰਦਰ ਨੈਕਸਟ ਹੈਡਿੰਗ ਹੁੰਦਾ ਅਥੋਰਾਈਜ਼ਡ ਕੈਪੀਟਲ। ਸੋ ਇੱਥੇ ਉਹਨੇ ਪੁੱਛਿਆ ਵੀ ਕਿਹੜੇ ਮੇਜਰ ਹੈਡ ਦੇ ਅੰਦਰ ਹੁੰਦਾ, ਸੋ ਇਹਦਾ ਜਿਹੜਾ ਕਰੈਕਟ ਆਨਸਰ ਉਹ ਕੀ ਆ, ਸ਼ੇਅਰ ਹੋਲਡਰ ਫੰਡ ਦੇ ਅੰਦਰ ਆਉਂਦਾ ਕੈਪੀਟਲ। ਵੈਸੇ ਵੀ ਕੈਪੀਟਲ ਫੰਡ ਸ਼ੇਅਰ ਹੋਲਡਰ ਦੀ ਗੱਲ ਆ ਤਾਂ ਇਸ ਹੈਡ ਦੇ ਅੰਡਰ ਆਉਂਦਾ, ਬਟ ਆਪਾਂ ਨੂੰ ਬੇਸਿਕਲੀ ਪਤਾ ਹੋਣਾ ਚਾਹੀਦਾ। ਜੇ ਤੁਸੀਂ ਪਰਫਾਰਮਰ ਦੇਖੋ ਬੁੱਕ ਦੇ ਅੰਦਰ ਤਾਂ ਤੁਹਾਨੂੰ ਉੱਪਰ ਦਿਖੂਗਾ ਕਿ ਸ਼ੇਅਰ ਹੋਲਡਰ ਫੰਡ ਸਭ ਤੋਂ ਉੱਪਰ ਆ, ਉਸ ਤੋਂ ਥੱਲੇ ਅਥੋਰਾਈਜ਼ਡ ਕੈਪੀਟਲ ਆ। ਸੋ ਕਰੈਕਟ ਆਨਸਰ ਇਜ਼ ਸ਼ੇਅਰ ਹੋਲਡਰ ਫੰਡ। ਨੈਕਸਟ ਕੁਐਸਚਨ, ਡਿਬੈਂਚਰ ਇਜ਼ ਸ਼ੋਨ ਅੰਡਰ ਦਾ ਵਿਚ ਮੇਜਰ ਹੈਡ। ਹੁਣ ਡਿਬੈਂਚਰ ਕਹਿੰਦੇ ਕਿਹੜੇ ਹੈਡ ਦੇ ਅੰਦਰ, ਵੈਸੇ ਆਪਾਂ ਨੂੰ ਪਤਾ ਕਿ ਇਹ ਨਾਨ ਕਰੰਟ ਲਾਇਬਿਲਿਟੀ ਆ, ਸੋ ਉੱਥੋਂ ਹੀ ਆਨਸਰ ਕਲੀਅਰ ਹੋ ਗਿਆ। ਕਰੰਟ ਲਾਇਬਿਲਿਟੀ ਤਾਂ ਹੈ ਨਹੀਂ, ਡਿਬੈਂਚਰ ਹੋਲਡਰ ਲੌਂਗ ਟਰਮ ਲਈ ਯੂਜ਼ ਹੁੰਦੇ ਆ। ਕਰੰਟ ਲਾਇਬਿਲਿਟੀ ਤਾਂ ਹੈ ਨਹੀਂ ਕਿਉਂਕਿ ਡਿਬੈਂਚਰ ਹੋਲਡਰ ਕੀ ਆ, ਲੌਂਗ ਟਰਮ ਲਈ ਯੂਜ਼ ਹੁੰਦੇ ਆ, ਸੋ ਨਨ ਆਫ ਆਪਸ਼ਨ ਵੀ ਨਹੀਂ ਹੋਊਗੀ, ਕਰੰਟ ਲਾਇਬਿਲਿਟੀ ਵੀ ਨਹੀਂ ਹੋਊਗੀ, ਅਦਰ ਕਰੰਟ ਲਾਇਬਿਲਿਟੀ ਵੀ ਨਹੀਂ ਹੁੰਦਾ। ਅਸਲ ਦੇ ਵਿੱਚ ਡਿਬੈਂਚਰ ਹੋਲਡਰ ਕੀ ਹੁੰਦੇ ਆ, ਲੌਂਗ ਟਰਮ ਬੋਰਿੰਗਸ ਹੁੰਦੀਆਂ, ਲੌਂਗ ਟਰਮ ਬੋਰਿੰਗਸ। ਸੋ ਇਹ ਕਿਹੜੇ ਹੈਡ ਦੇ ਅੰਦਰ ਆਉਂਦਾ, ਨਾਨ ਕਰੰਟ ਲਾਇਬਿਲਿਟੀ ਹੈਡ ਦੇ ਅੰਦਰ ਆਉਂਦਾ ਵਾ। ਸੋ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਕੀ ਹੋਊਗਾ, ਨਾਨ ਕਰੰਟ ਲਾਇਬਿਲਿਟੀ। ਨੈਕਸਟ ਕੁਐਸਚਨ, ਪ੍ਰੋਵੀਜ਼ਨ ਫॉर ਟੈਕਸ ਇਜ਼ ਆਵਰ ਪ੍ਰੋਵੀਜ਼ਨ ਫॉर ਟੈਕਸ। ਪ੍ਰੋਵੀਜ਼ਨ ਫॉर ਟੈਕਸ ਕਹਿੰਦੇ ਕੀ ਹੁੰਦਾ ਵਾ, ਦੇਖੋ ਆਪਾਂ ਪ੍ਰੋਵੀਜ਼ਨ ਕਰ ਲਈ ਬਣਾਉਂਦੇ ਹਾਂ, ਮੰਨ ਕੇ ਚੱਲਦੇ ਹਾਂ ਕਿ ਸਾਡਾ ਇੰਨਾ ਟੈਕਸ ਬਣ ਜੂਗਾ, ਜਿਹੜਾ ਉਹ ਟੈਕਸ ਬਣ ਜੂਗਾ। ਸੋ ਐਸਟ ਤਾਂ ਹੋ ਨਹੀਂ ਸਕਦਾ ਕਿਉਂਕਿ ਟੈਕਸ ਬਣੂਗਾ, ਅਸੀਂ ਪੇ ਕਰਨਾ, ਸਾਡੀ ਉਹ ਲਾਇਬਿਲਿਟੀ ਆ। ਹੁਣ ਦੋਨੇ ਵੀ ਨਹੀਂ ਹੋ ਸਕਦੇ, ਸੋ ਜਿਹੜਾ ਰਹਿ ਗਿਆ ਉਹ ਕੀ ਆ, ਲਾਇਬਿਲਿਟੀ। ਜੇ ਤੁਸੀਂ ਆਪਸ਼ਨਸ ਤੋਂ ਆਨਸਰ ਨੂੰ ਐਨਾਲਾਈਜ਼ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਆਨਸਰ ਨੂੰ ਕੈਲਕੂਲੇਟ ਕਰਨਾ ਜਾਂ ਪਹਿਚਾਨਣਾ ਸੌਖਾ ਹੋ ਜਾਊਗਾ। ਸੋ ਇਹਦਾ ਜਿਹੜਾ ਕਰੈਕਟ ਆਨਸਰ ਆ ਲਾਇਬਿਲਿਟੀ। ਅਸਲ 'ਚ ਪ੍ਰੋਵੀਜ਼ਨ ਫॉर ਟੈਕਸ ਕੀ ਹੁੰਦਾ, ਪ੍ਰੋਵੀਜ਼ਨ ਫॉर ਟੈਕਸ ਹੁੰਦਾ ਕਿ ਆਪਾਂ ਡਿਊਰਿੰਗ ਦਾ ਈਅਰ, ਪੂਰੇ ਸਾਲ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਕਿ ਸਾਨੂੰ ਇੰਨੀ ਕੁ ਇਨਕਮ ਹੋ ਰਹੀ ਆ, ਲੱਖ ਰੁਪਈਆ ਇਨਕਮ ਹੋ ਰਹੀ ਆ, ਸਾਡਾ 50,000 ਟੈਕਸ ਬਣ ਜੂਗਾ ਜਾਂ 20,000 ਟੈਕਸ ਬਣ ਜੂਗਾ ਐਜ਼ ਪਰ ਗਵਰਨਮੈਂਟ ਰੂਲ। ਅਤੇ ਜੋ ਅਸੀਂ ਉਹਨੂੰ ਪ੍ਰੋਵੀਜ਼ਨ ਬਣਾ ਲੈਂਦੇ ਹਾਂ ਕਿ ਮੰਨ ਕੇ ਚੱਲਣਾ, ਪ੍ਰੋਵੀਜ਼ਨ ਮੀਨਸ ਮੰਨ ਕੇ ਚੱਲਣਾ, ਸੋ ਸਾਡੀ ਕੀ ਹੁੰਦੀ ਆ, ਕਰੰਟ ਲਾਇਬਿਲਿਟੀ ਹੁੰਦੀ ਆ। ਸੋ ਵੈਸੇ ਕਰੰਟ ਲਾਇਬਿਲਿਟੀ ਵੀ ਲਿਖਿਆ ਹੋ ਸਕਦਾ, ਜੇ ਲਾਇਬਿਲਿਟੀ ਲਿਖਿਆ ਇੱਥੇ ਆਪਸ਼ਨਸ ਦੇ ਵਿੱਚ ਤਾਂ ਇਹਦਾ ਆਨਸਰ ਲਾਇਬਿਲਿਟੀ ਹੋਊਗਾ। ਨੈਕਸਟ ਕੁਐਸਚਨ, ਅਨਕਲੇਮਡ ਡਿਵੀਡੈਂਡ ਇਜ਼ ਸ਼ੋਨ ਅੰਡਰ ਵਿਚ ਮੇਜਰ ਹੈਡ ਇਨ ਦਾ ਬੈਲੈਂਸ ਸ਼ੀਟ। ਕਹਿੰਦੇ ਅਨਕਲੇਮਡ ਡਿਵੀਡੈਂਟ ਆ ਜਿਹੜਾ, ਅਨਕਲੇਮਡ ਡਿਵੀਡੈਂਟ। ਹੁਣ ਪਹਿਲੀ ਗੱਲ ਇਹ ਸਮਝੋ ਕਿ ਡਿਵੀਡੈਂਡ ਕੀ ਹੁੰਦਾ। ਡਿਵੀਡੈਂਡ ਹੁੰਦਾ ਜਿਹੜਾ ਇਕੁਇਟੀ ਸ਼ੇਅਰ ਹੋਲਡਰ ਜਾਂ ਫਿਰ ਆਪਾਂ ਪ੍ਰੈਫਰੈਂਸ ਸ਼ੇਅਰ ਹੋਲਡਰ ਨੂੰ ਦਿੰਦੇ ਹਾਂ। ਅਨਕਲੇਮਡ ਮਤਲਬ ਜਿਹੜਾ ਹਜੇ ਨਹੀਂ ਕਲੇਮ ਕੀਤਾ ਗਿਆ, ਉਹ ਕਦੇ ਵੀ ਕਲੇਮ ਕੀਤਾ ਜਾ ਸਕਦਾ। ਸੋ ਆਪਸ਼ਨਸ ਤੋਂ ਪਹਿਚਾਨਣਾ ਸ਼ੁਰੂ ਕਰੋ, ਨਨ ਆਫ ਆਪਸ਼ਨ ਨਹੀਂ ਹੋਊਗੀ, ਕਰੰਟ ਐਸਟ ਨਹੀਂ ਹੋਊਗਾ, ਇਕੁਇਟੀ ਐਂਡ ਲਾਇਬਿਲਿਟੀ ਕਦੇ ਇਕੱਠੇ ਨਹੀਂ ਹੋ ਸਕਦੇ। ਇਕੁਇਟੀ ਐਂਡ ਲਾਇਬਿਲਿਟੀ, ਲਾਇਬਿਲਿਟੀ ਲੌਂਗ ਟਰਮ ਵੀ ਹੋ ਸਕਦੀ ਹੈ, ਸ਼ਾਰਟ ਟਰਮ ਤੇ ਇਕੁਇਟੀ ਹਮੇਸ਼ਾ ਲੌਂਗ ਟਰਮ ਹੁੰਦਾ, ਸੋ ਇਹ ਆਪਸ਼ਨ ਨਹੀਂ ਬਣਦੀ। ਸੋ ਵੈਸੇ ਵੀ ਜਿਹੜੀ ਅਨਕਲੇਮਡ ਡਿਵੀਡੈਂਡ ਆ ਉਹ ਸ਼ੇਅਰ ਹੋਲਡਰ ਕਦੇ ਵੀ ਡਿਮਾਂਡ ਕਰ ਸਕਦੇ ਆ, ਸੋ ਉਹਦਾ ਜਿਹੜਾ ਕਰੈਕਟ ਆਨਸਰ ਆ ਉਹ ਕੀ ਹੋਊਗਾ, ਕਰੰਟ ਲਾਇਬਿਲਿਟੀ। ਨੈਕਸਟ ਕੁਐਸਚਨ, ਪ੍ਰਪੋਜ਼ ਡਿਵੀਡੈਂਡ ਇਜ਼ ਸ਼ੋਨ ਅੰਡਰ ਵਿਚ ਮੇਜਰ ਹੈਡ। ਪ੍ਰਪੋਜ਼ ਡਿਵੀਡੈਂਡ ਕਹਿੰਦੇ ਕਿਸ ਹੈਡ ਦੇ ਅੰਦਰ ਦਾ। ਪ੍ਰਪੋਜ਼ ਡਿਵੀਡੈਂਡ ਕੀ ਹੁੰਦਾ, ਜਿਹੜਾ ਆਪਾਂ ਪ੍ਰਪੋਜ਼ਲ ਦਿੰਦੇ ਹਾਂ ਕਿ ਇੰਨਾ ਕੁ ਆਪਾਂ ਇੰਨਾ ਕੁ ਅਸੀਂ ਫੰਡ ਦੇ ਸਕਦੇ ਹਾਂ, ਇੰਨਾ ਕੁ ਅਸੀਂ ਡਿਵੀਡੈਂਟ ਸ਼ੇਅਰ ਹੋਲਡਰ ਨੂੰ ਦੇ ਸਕਦੇ ਹਾਂ, ਇਕੁਇਟੀ ਸ਼ੇਅਰ ਹੋਲਡਰ ਨੂੰ ਇੰਨਾ ਕੁ ਡਿਵੀਡੈਂਟ ਅਸੀਂ ਦੇ ਸਕਦੇ ਹਾਂ, ਉਸ ਚੀਜ਼ ਨੂੰ ਕਹਿੰਦੇ ਆ ਪ੍ਰਪੋਜ਼ ਡਿਵੀਡੈਂਟ। ਜਿਹੜਾ ਕਿ AGM ਐਨੂਅਲ ਜਨਰਲ ਮੀਟਿੰਗ ਦੇ ਲਈ ਇੱਕ ਪ੍ਰਪੋਜ਼ਲ ਰੱਖਿਆ ਜਾਂਦਾ ਕਿ ਅਸੀਂ ਇੰਨਾ ਕੁ ਡਿਵੀਡੈਂਟ ਡਿਊਰਿੰਗ ਦਾ ਈਅਰ, ਸਾਨੂੰ ਲੱਗਦਾ ਵਾ ਕਿ ਸਾਡੀ ਇੰਨੀ ਕੁ ਇਨਕਮ ਹੋ ਜੂ ਕਿ ਇੰਨਾ ਕੁ ਇਕੁਇਟੀ ਸ਼ੇਅਰ ਹੋਲਡਰ ਨੂੰ ਅਸੀਂ ਡਿਵੀਡੈਂਟ ਦੇ ਸਕਦੇ ਹਾਂ, ਉਸ ਚੀਜ਼ ਨੂੰ ਪ੍ਰਪੋਜ਼ ਡਿਵੀਡੈਂਟ ਕਹਿੰਦੇ ਨੇ। ਹੁਣ ਇਹ ਕਿਹੜੇ ਹੈਡ ਦੇ ਅੰਡਰ ਆਉਂਦਾ, ਪਹਿਚਾਣਨ ਦੀ ਕੋਸ਼ਿਸ਼ ਕਰੋ। ਬੈਲੈਂਸ ਸ਼ੀਟ ਦੇ ਅੰਦਰ ਕਰੰਟ ਲਾਇਬਿਲਿਟੀ, ਕਰੰਟ ਐਸਟ ਜਾਂ ਫਿਰ ਇਕੁਇਟੀ ਲਾਇਬਿਲਿਟੀ ਔਰ ਨਨ ਆਫ ਅਬਵ। ਸੇਮ ਕੁਐਸਚਨ ਸੇਮ ਆਨਸਰ ਕਿ ਡਿਵੀਡੈਂਟ ਆ ਜਿਹੜਾ ਉਹ ਨਾ ਤਾਂ ਇਕੁਇਟੀ ਉਹਦੇ ਅੰਦਰ ਹੁੰਦਾ, ਨਾ ਕਰੰਟ ਲਾਇਬਿਲਿਟੀ ਦੇ ਅੰਦਰ। ਉਹ ਕੀ ਹੁੰਦਾ, ਕਰੰਟ ਐਸਟ ਦੇ ਅੰਦਰ ਹੁੰਦਾ, ਉਹ ਕੀ ਹੁੰਦੀ ਹੈ, ਕਰੰਟ ਲਾਇਬਿਲਿਟੀ ਹੁੰਦੀ ਹੈ ਕਿ ਜੋ ਵੀ ਅਸੀਂ ਪ੍ਰਪੋਜ਼ਲ ਰੱਖਿਆ ਸਾਨੂੰ ਪੇਅ ਆਊਟ ਕਰਨਾ ਹੀ ਪੈਣਾ। ਕਲੀਅਰ। ਸੋ ਨੈਕਸਟ ਕੁਐਸਚਨ ਵੱਲ ਵੱਧਦੇ ਹਾਂ।
पेटेंट एंड ट्रेडमार्क आर द एग्जाम्पल्स ऑफ, हाँ जी कहते पेटेंट एंड ट्रेडमार्क किहड़े हैड दे अंदर आउंदा या फिर किहड़ियां वो एग्जाम्पल्स होंदियां। पेटेंट कॉपीराइट्स की हुंदा तुसीं चंगी तरह जानदे होंगे। पेटेंट जो भी अपना ट्रेडमार्क हुंदा, सपोज करो अपना ट्रेडमार्क आ नाइकी दे शूज़ दा ट्रेडमार्क ਇਹ ਹੈ, ਜਦੋਂ ਆਪ ਕੰਪਨੀ ਇਹਨੂੰ ਰਜਿਸਟਰ ਕਰਵਾ ਲੈਂਦੀ ਆ ਤਾਂ ਉਹਨੂੰ ਪੇਟੈਂਟ ਐਂਡ ਟ੍ਰੇਡਮਾਰਕ ਕਿਹਾ ਜਾਂਦਾ। ਇਨ ਸ਼ਾਰਟ ਡੈਫੀਨੇਸ਼ਨ ਦੇ ਅੰਦਰ ਆਪਾਂ ਇੰਨਾ ਕੁ ਸਮਝ ਸਕਦੇ ਹਾਂ ਕਿ ਪੇਟੈਂਟ ਕਾਪੀਰਾਈਟਸ ਇਹ ਹੁੰਦੇ ਆ ਕਿ ਅਸੀਂ ਇੱਕ ਆਪਣਾ ਮਾਰਕ ਉਹਨੂੰ ਰਜਿਸਟਰ ਕਰਵਾ ਲਿਆ। ਸੋ ਆਪਾਂ ਇੱਥੇ ਪਹਿਚਾਣਨ ਦੀ ਕੋਸ਼ਿਸ਼ ਕਰਦੇ ਕਿ ਆਪਸ਼ਨਸ ਕੀ ਦਿੱਤੀਆਂ ਆਪਾਂ ਨੂੰ। ਸੋ ਆਪਸ਼ਨਸ ਕੀ ਨੇ, ਕਹਿੰਦਾ ਉਹ ਕਿਹਦੀਆਂ ਐਗਜ਼ਾਮਪਲਸ ਨੇ। ਦੇਖੋ ਵਰਕ ਇਨ ਪ੍ਰੋਗਰੈਸ ਦੀ ਤਾਂ ਇਹ 'ਚ ਗੱਲ ਹੀ ਨਹੀਂ ਕੈਪੀਟਲ ਦੀ। ਇੰਟੈਂਜੀਬਲ ਅੰਡਰ ਡਿਵੈਲਪਮੈਂਟ ਕੁਛ ਨਹੀਂ ਹੁੰਦਾ। ਇੰਟੈਂਜੀਬਲ ਐਸੈਟਸ ਅੰਡਰ ਡਿਵੈਲਪਮੈਂਟ ਨਹੀਂ ਹੁੰਦੇ। ਟੈਂਜੀਬਲ ਐਸੈਟਸ, ਪਹਿਲੀ ਗੱਲ ਪੇਟੈਂਟ ਐਂਡ ਕਾਪੀਰਾਈਟਸ ਹੂਮ ਵੀ ਕੈਨ ਨੈਵਰ ਟੱਚ ਐਂਡ ਸੀ, ਉਹ ਕੀ ਹੁੰਦੇ ਨੇ ਇੰਟੈਂਜੀਬਲ ਐਸੈਟਸ। ਆਪਾਂ ਟੈਂਜੀਬਲ ਐਸੈਟਸ ਕਿਹੜੇ ਹੁੰਦੇ ਨੇ, ਜਿਹੜੇ ਫਿਕਸ ਐਸੈਟਸ ਹੁੰਦੇ ਨੇ, ਪਲਾਂਟ ਐਂਡ ਮਸ਼ੀਨਰੀ ਬਿਲਡਿੰਗ, ਸੋ ਜਿਹਨਾਂ ਨੂੰ ਆਪਾਂ ਟੱਚ ਐਂਡ ਸੀ ਕਰ ਸਕਦੇ ਹਾਂ। ਬਟ ਪੇਟੈਂਟ ਕਾਪੀਰਾਈਟਸ ਗੁੱਡਵਿਲ ਇਹ ਸਾਰੇ ਉਹ ਨੇ ਜਿਹੜੇ ਇੰਟੈਂਜੀਬਲ ਐਸੈਟਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਹੂਮ ਵੀ ਕੈਨ ਨੈਵਰ ਟੱਚ ਐਂਡ ਸੀ। ਸੋ ਕਰੈਕਟ ਆਂਸਰ ਇਜ਼ ਇੰਟੈਂਜੀਬਲ ਐਸੈਟਸ। ਨੈਕਸਟ ਕੁਐਸਚਨ, ਸ਼ੇਅਰ forfeit account appear in the company's balance sheet। हाँ जी, शेयर forfeit account ਕਹਿੰਦੇ ਸਬ ਹੈਡ ਕਿਹੜੇ ਸਬ ਹੈਡ ਦੇ ਅੰਦਰ ਆਉਂਦਾ। ਸੋ ਬੇਸਿਕਲੀ ਸਮਝੋ ਕਿ ਕੰਪਨੀ ਦੇ ਇਕੁਇਟੀ ਸ਼ੇਅਰ ਹੋਲਡਰਸ ਨਾਲ ਡੀਲ ਕਰਦਾ, ਵੀ ਜਿਹੜੇ ਸ਼ੇਅਰ ਹੋਲਡਰ ਪੇਮੈਂਟ ਨਹੀਂ ਕਰਦੇ ਆਪਾਂ ਉਹਨਾਂ ਦੇ ਸ਼ੇਅਰਸ ਨੂੰ ਫੋਰਫੀਟ ਕਰ ਲੈਂਦੇ ਹਾਂ। ਸੋ ਪਹਿਲਾ ਪੁਆਇੰਟ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਕਿ ਇਹ ਡੀਲ ਕਿਹਦੇ ਨਾਲ ਕਰਦਾ, ਸ਼ੇਅਰ ਕੈਪੀਟਲ ਨਾਲ। ਸ਼ੇਅਰ ਕੈਪੀਟਲ ਨਾਲ ਡੀਲ ਕਰਦਾ, ਸ਼ੇਅਰ ਹੋਲਡਰ ਫੰਡ ਨਾਲ ਡੀਲ ਕਰਦਾ। ਸੋ ਅਸੀਂ ਉਹਦੇ ਅੰਦਰ ਆਪਸ਼ਨਸ ਦੇਖਦੇ ਹਾਂ ਕਿਹੜੀਆਂ ਕਿਹੜੀਆਂ ਆਪਸ਼ਨਸ ਅਵੇਲੇਬਲ ਨੇ। ਸ਼ੇਅਰ ਕੈਪੀਟਲ ਨਾਲ ਡੀਲ ਕਰਦਾ, ਰਿਜ਼ਰਵ ਐਂਡ ਸਰਪਲਸ ਨਾਲ ਡੀਲ ਕਰਦਾ, ਕੰਟੀਜੈਂਟ ਲਾਇਬਿਲਿਟੀ ਨਾਲ ਜਾਂ ਕਮਿਟਮੈਂਟ ਨਾਲ। ਸੋ ਬੇਸਿਕਲੀ ਕਮਿਟਮੈਂਟ ਇੱਥੇ ਕੁਛ ਨਹੀਂ ਹੁੰਦਾ। ਕੰਟੀਜੈਂਟ ਲਾਇਬਿਲਿਟੀ ਸਾਡੀ ਬੈਲੈਂਸ ਸ਼ੀਟ ਸ਼ੋ ਹੀ ਨਹੀਂ ਹੁੰਦੀ। ਰਿਜ਼ਰਵ ਐਂਡ ਸਰਪਲਸ ਡੀਲ ਕਰਦਾ ਵਾ ਰਿਜ਼ਰਵਸ ਨਾਲ, ਜਾਂ ਫਿਰ ਰਿਜ਼ਰਵ ਮਤਲਬ ਪ੍ਰੋਫਿਟ, ਸਰਪਲਸ ਮਤਲਬ ਪ੍ਰੋਫਿਟਸ ਨਾਲ। ਸੋ ਇੱਥੇ ਗੱਲ ਹੋ ਰਹੀ ਹੈ ਫੋਰਫੀਟ ਆਫ ਸ਼ੇਅਰਸ ਦੀ, ਜਿਹੜੀ ਡੀਲ ਕਰਦੀ ਆ ਕੈਪੀਟਲ ਦੇ ਨਾਲ। ਸੋ ਇਹਦੇ ਅਕੋਰਡਿੰਗ ਸਾਡਾ ਆਪਸ਼ਨ ਕੀ ਬਣਦੀ ਆ, ਏ। ਕਲੀਅਰ, ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਊਗੀ। ਨੈਕਸਟ ਕੁਐਸਚਨ ਪ੍ਰੀਲਿਮਿਨਰੀ ਐਕਸਪੈਂਸਿਸ। ਹਾਂਜੀ, ਪ੍ਰੀਲਿਮਿਨਰੀ ਐਕਸਪੈਂਸਿਸ ਕਿਹੜੇ ਹੁੰਦੇ ਆ, ਜਿਹੜੇ ਕਿ ਕੰਪਨੀ ਦੇ ਰਜਿਸਟਰ ਹੋਣ ਤੋਂ ਪਹਿਲਾਂ ਹੋ ਜਾਂਦੇ, ਉਹਨਾਂ ਨੂੰ ਪ੍ਰੀਲਿਮਿਨਰੀ ਐਕਸਪੈਂਸਿਸ ਕਹਿੰਦੇ ਨੇ। ਕਿ ਜੋ ਵੀ ਅਸੀਂ ਰਜਿਸਟਰ ਕੰਪਨੀ ਨਵੀਂ ਸਟਾਰਟ ਕਰ ਰਹੇ ਹਾਂ ਉਹਨੂੰ ਰਜਿਸਟਰ ਕਰਾਉਣ ਤੋਂ ਪਹਿਲਾਂ ਜਿਹੜੇ ਸਾਡੇ ਖਰਚੇ ਹੁੰਦੇ ਨੇ ਉਹਨਾਂ ਨੂੰ ਪ੍ਰੀਲਿਮਿਨਰੀ ਐਕਸਪੈਂਸਿਸ ਕਹਿੰਦੇ ਨੇ। ਸੋ ਇਹਦੇ ਅੰਦਰ ਕੀ ਕੀ ਇਨਕਲੂਡ ਹੁੰਦਾ, ਜੇ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਟੈਂਪ ਡਿਊਟੀ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਕੰਪਨੀ ਨਵੀਂ ਰਜਿਸਟਰ ਕਰਵਾ ਰਹੇ ਹਾਂ ਅਤੇ ਸਾਨੂੰ ਸਟੈਂਪ ਡਿਊਟੀ ਦੇ ਚਾਰਜਸ ਵੀ ਦੇਣੇ ਪੈਣਗੇ। ਕਿਸੇ ਪ੍ਰੋਫੈਸ਼ਨਲ ਤੋਂ ਅਸੀਂ ਕੰਮ ਕਰਵਾਇਆ ਹੋਊਗਾ ਤਾਂ ਕਿ ਸਾਡੀ ਕੰਪਨੀ ਰਜਿਸਟਰ ਹੋ ਜੇ, ਸਾਨੂੰ ਉਹਨੂੰ ਵੀ ਪੈਸੇ ਦੇਣੇ ਪੈਂਦੇ ਆ। ਅਤੇ ਕੋਈ ਲੀਗਲ ਕੋਸਟ ਮੀਨਸ ਕੋਈ ਲੀਗਲ ਡਾਕੂਮੈਂਟ ਬਣਾਉਣੇ ਪੈ ਰਹੇ ਆ, ਜਾਂ ਫਿਰ ਜਿਵੇਂ ਆਪਣੀ ਲਾਇਸੈਂਸ ਦੀ ਫੀਸ ਹੁੰਦੀ ਆ, ਜਾਂ ਕਿਸੇ ਵੀ ਆਪਾਂ ਮਤਲਬ ਹੋਸਪਿਟਲ 'ਚ ਵੀ ਜਾਂਦੇ ਹਾਂ, ਗੌਰਮੈਂਟ ਹੋਸਪਿਟਲ 'ਚ ਉੱਥੇ ਅਸੀਂ ਪਰਚੀ ਦੀ ਇੱਕ ਸਲਿੱਪ ਦੀ ਫੀਸ ਦਿੰਦੇ ਹਾਂ। ਸੋ ਐਵਰੀਥਿੰਗ ਮਤਲਬ ਜੋ ਵੀ ਕੰਪਨੀ ਦੀ ਰਜਿਸਟ੍ਰੇਸ਼ਨ ਦੇ ਲਈ ਲੀਗਲ ਕੋਸਟ ਸਾਨੂੰ ਪੇ ਆਊਟ ਕਰਨੀ ਪੈਂਦੀ ਆ। ਸੋ ਇਹ ਸਾਰੇ ਖਰਚੇ ਕਿਹਦੇ ਵਿੱਚ ਇਨਕਲੂਡ ਹੁੰਦੇ ਨੇ, ਪ੍ਰੀਲਿਮਿਨਰੀ ਐਕਸਪੈਂਸਿਸ ਦੇ ਵਿੱਚ ਇਨਕਲੂਡ ਹੁੰਦੇ ਨੇ। ਸੋ ਇਹਦਾ ਜਿਹੜਾ ਕਰੈਕਟ ਆਂਸਰ ਹੋਊਗਾ ਉਹ ਕੀ ਹੋਊਗਾ, all of the option। clear? So next question which of the following is a fictitious assets। ਹਾਂਜੀ ਕਹਿੰਦੇ ਕਿਹੜਾ ਫਿਕਟੀਸ਼ੀਅਸ ਐਸਟ ਆ। ਫਿਕਟੀਸ਼ੀਅਸ ਐਸਟ ਕਿਹੜਾ ਹੁੰਦਾ ਵਾ, ਔਰ ਪਹਿਚਾਨਣ ਦੀ ਕੋਸ਼ਿਸ਼ ਕਰੋ ਫਿਕਟੀਸ਼ੀਅਸ ਐਸਟ ਕਿਹੜਾ ਹੋਊਗਾ। ਜੇ ਤੁਸੀਂ +1 ਦੇ ਅੰਦਰ ਚੰਗੀ ਤਰ੍ਹਾਂ ਕੁਐਸਚਨਸ ਕੀਤੇ ਆ ਤਾਂ ਤੁਹਾਨੂੰ ਇੱਥੇ ਫਿਕਟੀਸ਼ੀਅਸ ਐਸਟਸ ਬਾਰੇ ਕਲੀਅਰ ਹੋ ਜਾਊਗਾ। ਸੋ ਫਿਕਟੀਸ਼ੀਅਸ ਐਸਟਸ ਕਿਹੜਾ ਹੁੰਦਾ ਵਾ ਜੀ, ਪ੍ਰੀਲਿਮਿਨਰੀ ਐਕਸਪੈਂਸਿਸ। ਅਸਲ ਵਿੱਚ ਸਮਝ ਆਪਸ਼ਨਸ ਤੋਂ ਪਹਿਚਾਣੋ ਤੁਹਾਨੂੰ ਈਜ਼ੀ ਹੋ ਜਾਊਗਾ। ਨਨ ਆਫ ਆਪਸ਼ਨ ਨਹੀਂ ਹੋ ਸਕਦੀ। ਲੈਂਡ ਐਂਡ ਬਿਲਡਿੰਗ ਫਿਕਸ ਐਸਟ ਆ, ਇਹ ਨਹੀਂ ਹੋ ਸਕਦਾ। ਗੁੱਡਵਿਲ ਕੀ ਆ, ਇੰਟੈਂਜੀਬਲ ਐਸਟ ਆ, ਇੰਟੈਂਜੀਬਲ ਐਸਟਸ ਇਹ ਵੀ ਨਹੀਂ ਹੋ ਸਕਦਾ। ਬਚਿਆ ਕੀ, ਪ੍ਰੀਲਿਮਿਨਰੀ ਐਕਸਪੈਂਸਿਸ। ਪ੍ਰੀਲਿਮਿਨਰੀ ਐਕਸਪੈਂਸਿਸ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ, ਫਿਕਟੀਸ਼ੀਅਸ ਐਸਟਸ ਹੁੰਦੇ ਨੇ ਜੀ। ਨੈਕਸਟ ਕੁਐਸਚਨ, ਡੈਸ਼ ਇਜ਼ ਅ ਕਰੰਟ ਲਾਇਬਿਲਿਟੀ। ਹਾਂਜੀ ਕਹਿੰਦੇ ਇਹਨਾਂ 'ਚੋਂ ਕਰੰਟ ਲਾਇਬਿਲਿਟੀ ਕਿਹੜੀ ਆ, ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਸੰਡਰੀ ਕ੍ਰੈਡੀਟਰਸ, ਯੈਸ ਕਰੰਟ ਲਾਇਬਿਲਿਟੀ ਹੁੰਦੇ ਆ। ਪ੍ਰੀਪੇਡ, ਇਹ ਤਾਂ ਆਪਣਾ ਐਸਟ ਹੋ ਗਿਆ। ਜਿਹੜਾ ਪ੍ਰੀਪੇਡ ਹੋ ਗਿਆ ਮਤਲਬ ਪਹਿਲਾਂ ਪੈਸੇ ਦੇ ਤੇ ਹਜੇ ਕੰਮ ਨਹੀਂ ਹੋਇਆ ਤਾਂ ਉਹ ਆਪਣਾ ਐਸਟ ਬਣ ਜਾਂਦਾ ਹੈ ਨਾ। ਸੋ ਇੱਥੇ ਲਾਇਬਿਲਿਟੀ ਪੁੱਛੇ ਇਹ ਵੀ ਨਹੀਂ ਹੋਊਗਾ। ਡਰਾਇੰਗਸ ਸਾਡੀ ਕਰੰਟ ਲਾਇਬਿਲਿਟੀ ਨਹੀਂ ਗਈ। ਸੰਡਰੀ ਕ੍ਰੈਡੀਟਰਸ, ਅਫਕੋਰਸ ਆਪਸ਼ਨ 2 ਆ ਗਈਆਂ ਇਹਦੇ ਵਿੱਚ, ਸੰਡਰੀ ਕ੍ਰੈਡੀਟਰਸ। ਸੋ ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਆ, ਸੰਡਰੀ ਕ੍ਰੈਡੀਟਰਸ। ਸੋ ਇੱਥੇ ਏ ਐਂਡ ਤੁਸੀਂ ਆਪਸ਼ਨ 2 ਵਾਰ ਰਿਪੀਟ ਹੋ ਗਿਆ। ਸੋ ਏ ਐਂਡ ਡੀ ਆਪਸ਼ਨਸ ਜਿਹੜੀ ਮਰਜ਼ੀ ਆਪਸ਼ਨ ਲਗਾ ਦਿਓ, ਮਤਲਬ ਆਪਣਾ ਜਿਹੜਾ ਆਂਸਰ ਆ ਉਹ ਕੀ ਆ, ਸੰਡਰੀ ਕ੍ਰੈਡੀਟਰਸ ਨੇ। ਨੈਕਸਟ ਕੁਐਸਚਨ, ਦਾ ਪ੍ਰੋਫਿਟ ਐਂਡ ਲਾਸ ਅਕਾਊਂਟ ਇਜ਼ ਆਲਸੋ ਕਾਲਡ ਡੈਸ਼ ਸਟੇਟਮੈਂਟ। ਕਹਿੰਦੇ ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ ਕਿਹੜੀ ਸਟੇਟਮੈਂਟ ਕਿਹਾ ਜਾਂਦਾ, ਬਹੁਤ ਇੰਪੋਰਟੈਂਟ ਆ ਜੀ। ਬੇਸਿਕਲੀ ਆਪਾਂ ਕੀ ਸੋਚਦੇ ਹਾਂ, ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ ਜੇ ਤੁਸੀਂ ਇੱਥੋਂ ਪਹਿਚਾਨਣ ਦੀ ਕੋਸ਼ਿਸ਼ ਕਰੋਗੇ ਤਾਂ ਪ੍ਰੋਫਿਟ ਮਤਲਬ ਇਨਕਮ, ਲਾਸ ਮਤਲਬ ਲਾਸ ਹੋ ਗਿਆ ਹੈ ਨਾ, ਕੈਪੀਟਲ ਤਾਂ ਹੋ ਨਹੀਂ ਸਕਦਾ। ਹੁਣ ਬੱਚੇ ਇੱਥੇ ਕਨਫਿਊਜ਼ਨ ਦੇ ਅਸੀਂ ਲਾਸ ਲਗਾਈ ਕਿ
ਇਨਕਮ ਲਗਾਈਏ, ਬਟ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਜਿਹੜਾ ਦੂਸਰਾ ਨਾਮ ਆ ਉਹ ਇਹਨੂੰ ਇਨਕਮ ਸਟੇਟਮੈਂਟ ਵੀ ਕਿਹਾ ਜਾਂਦਾ, ਇਨਕਮ ਸਟੇਟਮੈਂਟ। ਕਲੀਅਰ। ਸੋ ਇਹਦਾ ਕਰੈਕਟ ਆਂਸਰ ਕੀ ਹੈ A। ਨੈਕਸਟ ਕੁਐਸਚਨ 6% ਡਿਬੈਂਚਰਸ ਅਪੀਅਰ ਇਨ ਦਾ ਬੈਲੈਂਸ ਸ਼ੀਟ ਅੰਡਰ ਦਾ ਵਿਚ ਹੈਡ। ਹਾਂਜੀ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਜਿਹੜੇ ਬੈਲੈਂਸ ਸ਼ੀਟ ਦੇ ਅੰਦਰ ਡਿਬੈਂਚਰਸ ਨੂੰ ਕਿਹੜੇ ਹੈਡ ਦੇ ਅੰਦਰ ਕੰਸੀਡਰ ਕੀਤਾ ਜਾਂਦਾ ਵਾ। ਸੋ ਡਿਬੈਂਚਰਸ ਕਿਹੜੇ ਹੁੰਦੇ ਨੇ ਜੀ। ਹੁਣ ਇੱਥੇ ਨਾ ਬੱਚੇ ਕਨਫਿਊਜ਼ ਹੋ ਜਾਂਦੇ ਆ, ਇੱਥੇ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਇੱਥੇ ਆਪਸ਼ਨ ਕਿਹੜੀ ਹੋਊਗੀ। ਸੋ ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ 6% ਡਿਬੈਂਚਰ ਕਿਹੜੇ ਹੁੰਦੇ ਨੇ, ਲੌਂਗ ਟਰਮ। ਪਹਿਲੀ ਗੱਲ ਲੌਂਗ ਟਰਮ ਹੁੰਦੇ ਨੇ, ਉਹ ਬੈਲੈਂਸ ਸ਼ੀਟ ਦੇ ਵਿੱਚ ਕਿਹੜੇ ਹੈਡ ਦੇ ਅੰਦਰ ਹੁੰਦੇ, ਦੇਖੋ ਅਦਰ ਕਰੰਟ ਲਾਇਬਿਲਿਟੀ 'ਚ ਨਹੀਂ ਆਉਂਦੇ। ਲੌਂਗ ਟਰਮ ਤਾਂ ਜ਼ਰੂਰ ਆ ਬਟ ਇਹ ਪ੍ਰੋਵੀਜ਼ਨ ਨਹੀਂ ਹੁੰਦੀ। ਸੋ ਇਹ ਵੀ ਗਲਤ ਹੋ ਗਿਆ। ਇਨ ਆਂਸਰ ਕਰੈਕਟ ਆਂਸਰ ਕੀ ਆ, ਬੋਰਿੰਗਸ। ਜਿਹੜੇ ਆ ਲੌਂਗ ਟਰਮ ਬੋਰਿੰਗਸ ਮਤਲਬ ਅਸੀਂ ਲੋਨ ਲੈਂਦੇ ਹਾਂ, ਡਿਬੈਂਚਰ ਵੀ ਇੱਕ ਤਰੀਕੇ ਦਾ ਲੋਨ ਹੀ ਹੁੰਦਾ ਜਿਹੜਾ ਆਪਾਂ ਬਾਹਰਲੇ ਆਊਟਸਾਈਡਰ ਸ਼ੇਅਰ ਹੋਲਡਰਸ ਡਿਬੈਂਚਰ ਹੋਲਡਰਸ ਤੋਂ ਆਪਾਂ ਲੈਂਦੇ ਹਾਂ, ਉਹਨਾਂ ਨੂੰ ਇੰਟਰਸਟ ਦਿੰਦੇ 6%। ਸੋ ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਆ, B। ਕਲੀਅਰ। ਸੋ ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਆ, B। ਨੈਕਸਟ ਕੁਐਸਚਨ ਨੇਮ ਆਫ ਦਾ ਆਈਟਮਸ ਨੇਮ ਦਾ ਆਈਟਮ ਆਊਟ ਆਫ ਵਿਚ ਇਜ਼ ਸ਼ੋਨ ਐਜ਼ ਅ ਸ਼ਾਰਟ ਟਰਮ ਪ੍ਰੋਵੀਜ਼ਨ। ਕਹਿੰਦੇ ਕਿਹੜੀ ਆ ਜਿਹੜੀ ਸ਼ਾਰਟ ਟਰਮ ਪ੍ਰੋਵੀਜ਼ਨ ਹੁੰਦੀ ਹੈ। ਹੁਣ ਜਿਹੜੀ ਪ੍ਰੋਵੀਜ਼ਨ ਹੋਊਗੀ ਬੇਸਿਕਲੀ ਉਹ ਪ੍ਰੋਵੀਜ਼ਨ ਨਾਮ ਤੋਂ ਹੀ ਕਲੀਅਰ ਹੋ ਗਿਆ ਜੀ, ਪ੍ਰੋਵੀਜ਼ਨ ਫॉर ਟੈਕਸੇਸ਼ਨ। ਸ਼ਾਰਟ ਟਰਮ ਪ੍ਰੋਵੀਜ਼ਨ ਮਤਲਬ ਸੀ ਜਿਹੜੀ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਵੀ ਅਸੀਂ ਪੇ ਆਊਟ ਕਰਨਾ। ਇੰਟਰਸਟ ਐਕਰੂਡ ਬਟ ਨਾਟ ਡਿਊ, ਇੰਪਲੋਈਜ਼ ਪ੍ਰੋਵੀਡੈਂਟ ਫੰਡ, ਇੰਟਰਸਟ ਐਕਿਊਡ ਐਂਡ ਡਿਊ, ਇਹ ਆਪਸ਼ਨਸ ਨਹੀਂ ਹੈ ਜੀ। ਸੋ ਇੱਥੇ ਬੇਸਿਕਲੀ ਆਪਾਂ ਕਿਸ ਚੀਜ਼ ਦੀ ਪ੍ਰੋਵੀਜ਼ਨ ਕ੍ਰੀਏਟ ਕਰਦੇ ਹਾਂ, ਤੁਸੀਂ ਦੇਖਿਆ ਹੋਣਾ ਪ੍ਰੋਵੀਜ਼ਨ ਫॉर ਟੈਕਸੇਸ਼ਨ ਹੁੰਦਾ, ਪ੍ਰੋਵੀਜ਼ਨ ਫॉर ਡੈਪਰੀਸੀਏਸ਼ਨ ਹੁੰਦਾ, ਪ੍ਰਪੋਜ਼ ਡਿਵੀਡੈਂਡ ਹੁੰਦਾ। ਸੋ ਇਹਨਾਂ ਚੀਜ਼ਾਂ ਦੀ ਅਸੀਂ ਪ੍ਰੋਵੀਜ਼ਨ ਕ੍ਰੀਏਟ ਕਰਦੇ ਹਾਂ। ਪ੍ਰੋਵੀਜ਼ਨ ਫॉर ਟੈਕਸ ਦੀ ਪ੍ਰੋਵੀਜ਼ਨ ਕ੍ਰੀਏਟ ਕਰਦੇ ਹਾਂ, ਨੋਰਮਲੀ ਆਪਾਂ ਡੈਪਰੀਸੀਏਸ਼ਨ ਦੀ ਪ੍ਰੋਵੀਜ਼ਨ ਕ੍ਰੀਏਟ ਕਰ ਲੈਂਦੇ ਹਾਂ। ਸੋ ਇਹਨਾਂ ਚੀਜ਼ਾਂ ਦੀ ਪ੍ਰੋਵੀਜ਼ਨ ਕ੍ਰੀਏਟ ਕਰਦੇ ਹਾਂ। ਸੋ ਇੱਥੇ ਪੁੱਛਿਆ ਗਿਆ ਸ਼ਾਰਟ ਟਰਮ ਪ੍ਰੋਵੀਜ਼ਨ ਹੈਡ ਦੇ ਅੰਦਰ ਕਿਹੜੀ ਆਈਟਮ ਆਊਗੀ। ਸੋ ਕਿਹੜੀ ਆਊਗੀ, ਪ੍ਰੋਵੀਜ਼ਨ ਫॉर ਟੈਕਸ। So correct answer is A. Next question. Financial statement is also known as financial statement. ਹਾਂਜੀ ਹੁਣ ਇੱਥੇ ਨਾ ਫਾਈਨੈਂਸ਼ੀਅਲ ਸਟੇਟਮੈਂਟ ਦੇ ਬਾਰੇ ਗੱਲ ਕੀਤੀ ਗਈ ਹੈ। ਜੇ ਤੁਸੀਂ ਆਪਸ਼ਨ ਦੇਖੋ ਟ੍ਰੇਡਿੰਗ ਅਕਾਊਂਟ ਇੱਕ ਪਾਰਟ ਆ। ਪਹਿਲਾਂ ਟ੍ਰੇਡਿੰਗ ਅਕਾਊਂਟ ਬਣਾਉਂਦੇ ਸੀ, ਫਿਰ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਂਦੇ ਸੀ, ਫਿਰ ਬੈਲੈਂਸ ਸ਼ੀਟ ਬਣਾਉਂਦੇ ਸੀ। ਬਟ ਇੱਥੇ ਫਾਈਨੈਂਸ਼ੀਅਲ ਸਟੇਟਮੈਂਟ ਪੁੱਛਿਆ ਗਿਆ। ਵੀਡੀਓ ਦੇ ਸਟਾਰਟਿੰਗ ਦੇ ਅੰਦਰ ਆਪਾਂ ਇੱਕ ਕੁਐਸਚਨ ਕੀਤਾ ਸੀ ਕਿ ਫਾਈਨੈਂਸ਼ੀਅਲ ਸਟੇਟਮੈਂਟ ਇਹਨਾਂ ਤਿੰਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਕਿਹਾ ਜਾਂਦਾ। ਸੋ ਫਾਈਨਲ ਅਕਾਊਂਟ ਮੀਨਸ ਜੋ ਆਪਾਂ +1 ਦੇ ਅੰਦਰ ਬਣਾਉਂਦੇ ਰਹੇ ਹਾਂ, +1 ਦੇ ਅੰਦਰ ਜੋ ਵੀ ਆਪਾਂ ਬਣਾਉਂਦੇ ਰਹੇ ਹਾਂ ਫਾਈਨਲ ਅਕਾਊਂਟ ਦੇ ਅੰਦਰ ਤਿੰਨੇ ਚੀਜ਼ਾਂ ਬਣਾਉਂਦੇ ਰਹੇ ਹਾਂ। ਕਿਹੜੀਆਂ ਕਿਹੜੀਆਂ ਜੀ, ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ। ਇਹ ਤਿੰਨੇ ਚੀਜ਼ਾਂ ਆਪਾਂ ਫਾਈਨਲ ਅਕਾਊਂਟ ਦੇ ਅੰਦਰ ਬਣਾਉਂਦੇ ਰਹੇ ਹਾਂ। ਸੋ ਇਹਨਾਂ ਨੂੰ ਹੀ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਆ। ਸੋ ਕਰੈਕਟ ਆਂਸਰ ਇਜ਼ ਫਾਈਨਲ ਅਕਾਊਂਟ। ਕਲੀਅਰ। ਆਈ ਹੋਪ ਤੁਹਾਨੂੰ ਇੱਕ ਚੀਜ਼ ਕਲੀਅਰ ਹੋ ਗਈ ਹੋਊਗੀ ਕਿ ਕਰੈਕਟ ਆਂਸਰ ਕੀ ਆ, ਫਾਈਨਲ ਅਕਾਊਂਟ। ਸੋ ਨੈਕਸਟ ਥੈਂਕਸ ਫॉर ਵਾਚਿੰਗ। ਅਸੀਂ ਚੈਪਟਰ ਵਾਈਜ਼ ਹਰ ਇੱਕ ਚੈਪਟਰ ਦੇ ਵਿੱਚੋਂ ਇੰਪੋਰਟੈਂਟ ਕੁਐਸਚਨਸ ਨੂੰ ਕਲੈਕਟ ਕਰਕੇ ਸਾਰੇ ਬੱਚਿਆਂ ਲਈ ਵੀਡੀਓਜ਼ ਬਣਾ ਰਹੇ ਹਾਂ। ਆਈ ਹੋਪ ਤੁਹਾਨੂੰ ਇਹ ਵੀਡੀਓਜ਼ ਚੰਗੇ ਲੱਗਣਗੇ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ ਆਲ।